मैं किरणजोत कौर। ਅੱਜ ਅਸੀਂ ਕਰਾਂਗੇ ਨੈਕਸਟ ਲੈਕਚਰ ਰਿਪੋਰਟਸ। ਅਸੀਂ ਕਰ ਰਹੇ ਸੀ ਇਹਦੇ ਵਿੱਚ ਇਹ ਸਾਰੇ ਰਿਪੋਰਟਸ ਕਰਾਂਗੇ ਸਿਰਫ ਜਨਵਰੀ ਟੂ ਅਪ੍ਰੈਲ ਲਈ, ਜਿਹੜੀਆਂ ਪੂਰੇ 1 ਸਾਲ ਦੇ ਅੰਦਰ ਜਿੰਨੀਆਂ ਵੀ ਰਹੀਆਂ, ਠੀਕ ਹੈ, 1 ਈਅਰ ਦੇ ਅੰਦਰ ਅੰਦਰ ਜੋ 1 ਸਾਲ ਦੇ, ਠੀਕ ਹੈ, ਪਿਛਲੇ ਸਾਲ ਜਿਹੜੀ ਨਿਊਜ਼ ਵਿੱਚ ਰਹੀਆਂ ਉਹ ਸਾਰੀਆਂ ਅਸੀਂ ਇਹਦੇ ਵਿੱਚ ਅਸੀਂ ਕਵਰ ਕਰਾਂਗੇ। ਓਕੇ, ਤੇ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਕਰਾਂਗੇ ਅਸੀਂ ਇਹਨਾਂ ਨੂੰ, ਠੀਕ ਹੈ, ਤਾਂ ਕਿ ਤੁਹਾਡੀ ਵਧੀਆ ਰਿਵੀਜ਼ਨ ਹੋ ਸਕੇ। ਤੇ ਇਹਨਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ, ਤੁਹਾਡੇ ਜਿੰਨੇ ਵੀ ਅੱਗੇ ਐਗਜ਼ਾਮ ਹੋਣਗੇ ਉਹਨਾਂ ਵਿੱਚ ਇਹ ਕੁਐਸਚਨ ਆਉਂਦੇ ਆ। ਓਕੇ, ਬਾਕੀ ਸਾਡਾ ਮਤਲਬ ਪ੍ਰਤਾਪੀ ਬੈਚ ਜਿਹੜਾ ਚੱਲ ਰਿਹਾ ਵਾ, ਇਹਦੇ ਵਿੱਚ ਮਤਲਬ ਤੁਹਾਡੇ ਫੁੱਲ ਕੋਰਸ ਹੈ। ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੇ ਇਹ ਕੋਰਸ ਖਰੀਦੋਗੇ ਤੇ ਇਹਨਾਂ ਤੁਹਾਡੇ ਕੀ ਮੈਥਸ ਹੈ, ਰੀਜ਼ਨਿੰਗ ਹੈ, ਜੀਐਸ ਹੈ, ਕੰਪਿਊਟਰ ਹੈ, ਪੰਜਾਬ ਜੀਕੇ, ਉਹ ਸਾਰੀ ਕਵਰ ਹੋਏਗੀ। ਠੀਕ ਹੈ, ਤੇ ਇਹ ਤੇ ਸਾਡਾ ਆਫ ਚੱਲ ਰਿਹਾ, 20% ਆਫ ਚੱਲ ਰਿਹਾ ਵਾ। ਅਗਰ ਤੁਸੀਂ ਕੋਡ ਯੂਜ਼ ਕਰਦੇ ਹੋ, ਠੀਕ ਹੈ, ਕਿਰਨ 68 ਤੁਸੀਂ ਕੋਡ ਯੂਜ਼ ਕਰ ਸਕਦੇ ਹੋ ਤਾਂ ਤੁਹਾਨੂੰ 20% ਆਫ ਮਿਲ ਜਾਏਗਾ। ਓਕੇ, ਇਹਦੇ ਵਿੱਚ ਐਮਸੀਕਿਊ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕਨਸੈਪਟ ਕਰਦੇ ਹੋ, ਪਹਿਲਾਂ ਕਨਸੈਪਟ ਪੜ੍ਹੋ ਚੰਗੀ ਤਰ੍ਹਾਂ, ਠੀਕ ਹੈ, ਉਸ ਤੋਂ ਬਾਅਦ ਐਮਸੀਕਿਊ ਸੋਲਵ ਕਰੋ ਜ਼ਿਆਦਾ ਤੋਂ ਜ਼ਿਆਦਾ। ਨੈਕਸਟ ਹੈ ਕੋਆਪਰੇਟਿਵ ਇੰਸਪੈਕਟਰ ਦੇ ਵੀ ਕੋਰਸ ਅਵੇਲੇਬਲ ਹੈ, ਠੀਕ ਹੈ, ਬਹੁਤ ਹੀ ਅਫੋਰਡੇਬਲ ਪ੍ਰਾਈਸ ਵਿੱਚ ਅਵੇਲੇਬਲ ਹੈ, ਤੇ ਇਹਦੀ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਟਾਈਮ ਨਾਲ। ਓਕੇ, ਜੋ ਮੈਕਸਿਮਮ ਕੁਐਸਚਨ ਮਿਲਣਗੇ ਤੁਹਾਨੂੰ ਇਹਦੇ ਵਿੱਚ, ਇਹ ਕੁਐਸਚਨਸ ਦੀ ਪ੍ਰੈਕਟਿਸ ਕਰੋਗੇ ਇਹਨਾਂ ਵਿੱਚੋਂ ਐਗਜ਼ਾਮ ਵਿੱਚ ਕੁਐਸਚਨ ਆਉਂਦੇ ਆ। ਠੀਕ ਹੈ, ਤੇ ਅਸੀਂ ਸਟਾਰਟ ਕਰਦੇ ਹਾਂ। ਅਸੀਂ ਕੁਐਸਚਨ ਕਰ ਲਏ ਸੀ, ਉਸ ਤੋਂ ਬਾਅਦ ਨੈਕਸਟ ਆਉਂਦੇ ਆ। ठीक है, नेक्स्ट क्वेश्चन है पेंडेमिक पॉवर्टी एंड इनइक्वालिटी एविडेंस फ्रॉम इंडिया। ठीक है, ये जी पेंडेमिक पॉवर्टी इनइक्वालिटी है, ठीक है, ये जो एविडेंस है ये मतलब केड़ी रिपोर्ट है जिदे तो सानू मिलता वा। ठीक है, ये रिपोर्ट किहदी रिपोर्ट है जितों मिलता वा। ठीक है, ਇਹਦੇ ਵਿੱਚ IMF ਨੇ ਕਿਹਾ ਸੀ, ਇਹ ਰਿਪੋर्ट ਜਾਰੀ ਕੀਤੀ ਸੀ IMF ਨੇ ਕਿਹਾ ਸੀ, ਇੰਪੋਰਟੈਂਟ ਹੈ ਕਿਉਂਕਿ ਇੰਡੀਆ ਨਾਲ ਰਿਗਾਰਡਿੰਗ ਇਹ ਰਿਪੋर्ट ਹੈ। ਠੀਕ ਹੈ, ਇਹਦੇ ਵਿੱਚ ਇਹਨੇ ਕਿਹਾ ਸੀ ਕਿ ਇੰਡੀਆ ਨੇ 2020 ਵਿੱਚ, ਠੀਕ ਹੈ, ਜਿਹੜਾ 2020 ਹੈ ਉਹਦੇ ਵਿੱਚ ਜਿਹੜੀ ਐਕਸਟ੍ਰੀਮ ਪੋਵਰਟੀ ਹੈ, ਠੀਕ ਹੈ, ਐਕਸਟ੍ਰੀਮ ਪੋਵਰਟੀ ਕੀ ਹੁੰਦਾ, ਇਹ ਬੇਸਿਕ ਕੁਐਸਚਨ ਹੈ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ, ਇਕਨੋਮਿਕਸ ਦਾ ਕੁਐਸਚਨ ਹੈ। ਐਕਸਟ੍ਰੀਮ ਪੋਵਰਟੀ ਕੀ ਹੁੰਦਾ, ਐਕਸਟ੍ਰੀਮ ਪੋਵਰਟੀ ਹੁੰਦਾ ਵਾ ਕਿ ਅਗਰ ਕੋਈ, ਠੀਕ ਹੈ, 1.90 ਡਾਲਰ, ਅਗਰ 1.90 ਡਾਲਰ ਤੋਂ ਘੱਟ ਕਮਾਉਂਦਾ ਇੱਕ ਦਿਨ ਵਿੱਚ, ਠੀਕ ਹੈ, ਪਰ ਡੇ, ਅਗਰ ਕੋਈ 1 ਰੁਪਇਆ 90 ਪੈਸੇ, ਠੀਕ ਹੈ, 1.90 ਰੁਪੀਜ਼ ਡਾਲਰ, ਸੌਰੀ ਡਾਲਰ ਆਏਗਾ, ਅਗਰ ਘੱਟ ਕਮਾਉਂਦਾ ਹੈ, ਠੀਕ ਹੈ, 1.90 ਡਾਲਰ ਤੋਂ ਵੀ ਘੱਟ ਕਮਾਉਂਦਾ ਇੱਕ ਦਿਨ ਵਿੱਚ, ਤਾਂ ਉਹਨੂੰ ਐਕਸਟ੍ਰੀਮ ਪੋਵਰਟੀ ਵਿੱਚ ਗਿਣਿਆ ਜਾਏਗਾ। ਓਕੇ, ਤੇ ਇਹਦੇ ਵਿੱਚ ਇਹ ਹੁਣ ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਵਾ ਕਿ ਇੰਡੀਆ ਨੇ ਜਿਹੜੀ ਹੈ ਆਪਣੀ ਜਿਹੜੀ ਐਕਸਟ੍ਰੀਮ ਪੋਵਰਟੀ ਹੈ, ਠੀਕ ਹੈ, ਉਹਨੂੰ ਬਿਲੋ 1% ਰੱਖਿਆ ਵਾ ਬਾਈ 2020, ਮਤਲਬ 2020 ਵਿੱਚ ਪਿਛਲੇ ਸਾਲ ਮਤਲਬ ਮੇਨਟੇਨ ਰੱਖਿਆ, ਐਕਸਟ੍ਰੀਮ ਪੋਵਰਟੀ ਨੂੰ ਵਧਣ ਨਹੀਂ ਦਿੱਤਾ, ਉਲਟਾ 1% ਘੱਟ ਰੱਖਿਆ। 1% ਇੱਥੇ 1% ਦਾ ਇਹ ਮਤਲਬ ਨਹੀਂ ਹੈ ਕਿ ਇੰਡੀਆ ਵਿੱਚ ਐਕਸਟ੍ਰੀਮ ਪੋਵਰਟੀ ਜਿਹੜੀ ਉਹ ਸਿਰਫ 1% ਰਹੇਗੀ, ਇੰਡੀਆ ਵਿੱਚ ਐਕਸਟ੍ਰੀਮ ਪੋਵਰਟੀ ਬਹੁਤ ਜ਼ਿਆਦਾ ਵਾ। ਠੀਕ ਹੈ, ਬਸ ਇਹ ਕਿ ਉਹਨਾਂ ਨੇ ਮੇਨਟੇਨ ਰੱਖਿਆ, ਇਹਨੂੰ ਵਧਣ ਨਹੀਂ ਦਿੱਤਾ, 1% ਤੋਂ ਘੱਟ ਰੱਖਿਆ। ਉਹਦਾ ਰੀਜ਼ਨ ਉਹਨਾਂ ਨੇ ਦਿੱਤਾ, ਉਹਦਾ ਰੀਜ਼ਨ ਇਹ ਸੀ ਸਕੀਮ ਜਿਹੜੀ ਗਵਰਨਮੈਂਟ ਦੁਆਰਾ ਲਾਂਚ ਕੀਤੀ ਗਈ ਸੀ ਲੋਕਡਾਊਨ ਵਿੱਚ, ਕਰੋਨਾ ਵਿੱਚ, ਪ੍ਰਧਾਨ ਮੰਤਰੀ ਗਰੀਬ ਕਲਿਆਣ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ। ਠੀਕ ਹੈ, ਇਹ ਸਕੀਮ ਇਸ ਲਈ ਇੰਪੋਰਟੈਂਟ ਵੀ ਹੋ ਜਾਂਦੀ ਹੈ ਕਿਉਂਕਿ ਇਸ ਸਕੀਮ ਕਰਕੇ ਇੰਡੀਆ ਨੇ ਆਪਣੀ ਜੋ ਇੰਡੀਆ ਜਿਹੜੀ ਪੋਵਰਟੀ ਹੈ ਉਹਨੂੰ ਵਧਣ ਨਹੀਂ ਦਿੱਤਾ, ਉਹਨੂੰ 1% ਘੱਟ ਰੱਖਿਆ। ਤੇ ਇਸ ਸਕੀਮ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ। ਠੀਕ ਹੈ, ਨਾਮ ਤੋਂ ਪਤਾ ਲੱਗਣ ਦਿਆ ਅੰਨ ਮਤਲਬ ਫ੍ਰੀ ਫੂਡ ਪ੍ਰੋਵਾਈਡ ਕੀਤਾ ਜਾਏਗਾ। ਜਿਵੇਂ ਤੁਹਾਨੂੰ ਪਤਾ ਵਾ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਬਣੇ ਆ, ਠੀਕ ਹੈ, ਬਿਲੋ ਪੋਵਰਟੀ ਲਾਈਨ ਦੇ ਆਉਂਦੇ ਆ, ਜਿਹੜੇ ਬਿਲੋ ਪੋਵਰਟੀ ਲਾਈਨ ਗਰੀਬੀ ਰੇਖਾ ਤੋਂ ਥੱਲੇ ਆਉਂਦੇ, ਤੇ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੁੰਦੇ, ਉਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ PDS ਹੈ ਉੱਥੇ ਜਾ ਕੇ ਉਹ ਰਾਸ਼ਨ ਲੈ ਸਕਦੇ ਆ। ਠੀਕ ਹੈ, ਤੇ ਪਹਿਲਾਂ ਕੀ ਸੀ, ਪਹਿਲਾਂ ਆਲਰੇਡੀ ਜੇ ਸਰਕਾਰ ਹੈ ਜਿਹੜੀ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਆ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦੇ ਅੰਡਰ, ਠੀਕ ਹੈ, ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਕਿਸ ਐਕਟ ਦੇ ਅੰਡਰ, ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦੇ ਅੰਡਰ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੈ, ਉਹਨਾਂ ਨੂੰ ਪਹਿਲਾਂ ਹੀ ਮਤਲਬ 5 ਕਿਲੋ ਕੀ ਮਿਲਦਾ ਹੁੰਦਾ ਸੀ, ਆਟਾ ਦਾਣਾ, ਜੋ ਵੀ ਚਾਵਲ ਚਾਵਲ ਮਤਲਬ ਕਣਕ ਵਗੈਰਾ ਆਟਾ ਮਿਲਦਾ ਹੁੰਦਾ ਸੀ 5 ਕਿਲੋ। ਉਹਨਾਂ ਨੂੰ ਇਸ ਜਿਹੜੀ ਸਕੀਮ ਲਾਂਚ ਕੀਤੀ ਗਈ ਸੀ, ਇਹ ਲਾਂਚ ਕੀਤੀ ਗਈ ਸੀ 2020 ਚ ਲਾਂਚ ਕੀਤੀ ਗਈ ਸੀ 2020 ਵਿੱਚ, ਜਿਹਦੇ ਵਿੱਚ ਸਕੀਮ ਤੇ ਪਹਿਲਾਂ ਦੀ ਚੱਲਣ ਦੀ ਆਟੇ ਵਾਲੀ, ਪਰ ਇਹ ਅਡੀਸ਼ਨਲ ਕਿਹਾ ਗਿਆ ਕਿ ਫੂਡ ਗ੍ਰੇਨ ਦਿੱਤਾ ਜਾਏਗਾ, ਅਡੀਸ਼ਨਲ ਉਹਨਾਂ ਨੂੰ ਰਾਸ਼ਨ ਦਿੱਤਾ ਜਾਏਗਾ। ਠੀਕ ਹੈ, ਇਹ ਸਕੀਮ ਲਾਂਚ ਹੋਈ ਸੀ ਅਪ੍ਰੈਲ, ਮਈ ਤੇ ਜੂਨ ਦੇ ਮਹੀਨੇ 'ਚ ਸੌਰੀ 3 ਮਹੀਨਿਆਂ ਲਈ ਲਾਂਚ ਕੀਤੀ ਗਈ ਸੀ, ਜਿਹਦੇ ਵਿੱਚ ਕਿਹਾ ਗਿਆ ਸੀ 5 ਕਿਲੋ ਤਾਂ ਆਲਰੇਡੀ ਦੇ ਨਹੀਂ ਦੇ ਸੀ, ਅਡੀਸ਼ਨਲ 5 ਕਿਲੋ ਹੋਰ ਅਨਾਜ ਦਿੱਤਾ ਜਾਏਗਾ। ਠੀਕ ਹੈ, ਜਿਵੇਂ ਵੀਟ ਐਂਡ ਰਾਈਸ ਪਲੱਸ 1 ਗ੍ਰਾਮ, ਸੌਰੀ 1 ਗ੍ਰਾਮ ਨਹੀਂ, 1 ਕਿਲੋ ਪਲਸਿਸ ਦਾਲਾਂ ਦਿੱਤੀਆਂ ਜਾਣਗੀਆਂ।
1 kg ਪਲਸਸ ਦਿੱਤੀਆਂ ਜਾਣਗੇ ਦਾਲਾਂ ग्राम्स। ठीक है, समझ आया। प्रधानमंत्री गरीब कल्याण अन्न योजना स्कीम ਦੇ ਅੰਡਰ ਇੱਕ ਤਾਂ ਰਾਸ਼ਨ ਜਿਹਨੇ ਰਾਸ਼ਨ ਕਾਰਡ ਬਣੇ ਸੀ ਉਹਨਾਂ ਨੂੰ 5 ਕੇਜੀ ਤੇ ਮਿਲਣ ਨਹੀਂ ਦਿਆ ਸੀ ਰਾਸ਼ਨ। ਠੀਕ ਹੈ, ਤੇ ਇਸ ਸਕੀਮ ਦੇ ਅੰਡਰ ਕੀ ਕੀਤਾ ਗਿਆ ਕਿ ਪਲੱਸ 5 ਕਿਲੋ ਹੋਰ ਮਿਲੂਗਾ, ਮਤਲਬ 10 ਕਿਲੋ ਰਾਸ਼ਨ ਮਿਲੂਗਾ ਔਰ 1 ਕਿਲੋ ਜਿਹੜੀਆਂ ਦਾਲਾਂ ਮਿਲਣਗੀਆਂ। ਠੀਕ ਹੈ, ਜਿੰਨੀਆਂ ਵੀ ਦਾਲਾਂ ਪਲਸਿਸ ਵਗੈਰਾ ਦਿੱਤੀਆਂ ਜਾਣਗੀਆਂ। ਠੀਕ ਹੈ, ਇਹ ਸਕੀਮ ਲਿਮਟਿਡ ਟਾਈਮ ਲਈ ਸੀ। ਇਹ ਸਕੀਮ ਸੀ ਅਪ੍ਰੈਲ ਮਈ ਜੂਨ, ਫਿਰ ਇਹਨਾਂ ਨੇ ਵਧਾ ਕੇ ਨਵੰਬਰ ਚ ਦੁਬਾਰਾ ਸ਼ੁਰੂ ਕੀਤੀ। ਠੀਕ ਹੈ, ਨਵੰਬਰ ਚ ਦੁਬਾਰਾ ਸ਼ੁਰੂ ਕੀਤੀ। ਫਿਰ ਨਵੰਬਰ ਤੋਂ ਬਾਅਦ ਇਸ ਸਕੀਮ ਨੂੰ ਕਿਹਾ ਕਿ ਫਿਰ ਇਹਨਾਂ ਨੇ ਕਿਹਾ ਕਿ 2021 ਵਿੱਚ ਮਈ ਤੱਕ ਰੱਖਾਂਗੇ। ਫਿਰ ਇਹਨਾਂ ਨੇ ਕਿਹਾ ਕਿ ਚਲੋ ਠੀਕ ਹੈ, ਫਿਰ ਇਹਨਾਂ ਨੇ ਹੋਰ ਟਾਈਮ ਲਈ ਵਧਾਤੀ। ਹੁਣ ਕਿੰਨਾ ਮੈਂ 2022 ਵਿੱਚ, ਠੀਕ ਹੈ 2022 ਵਿੱਚ ਕਿਹਾ ਕਿ ਮਈ ਤੱਕ ਰੱਖ ਦੋ, ਹੁਣ ਇਹਨਾਂ ਨੇ ਜੂਨ ਤੱਕ ਵਧਾਤਾ ਟਾਈਮ। ਠੀਕ ਹੈ, ਇਹ ਸਕੀਮ ਚੱਲੇਗੀ ਜੂਨ 2022 ਤੱਕ। ठीक है, जून 2022 तक ये स्कीम ਜਿਹੜੀ ਹੈ ਚੱਲੇਗੀ ਹੁਣ। ਓਕੇ, ਸਮਝ ਆ ਗਿਆ। ਐਗਜ਼ਾਮ ਵਿੱਚ ਤੁਹਾਨੂੰ ਇੱਥੇ ਵੀ ਕੁਐਸਚਨ ਆ ਸਕਦਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਹੈ, ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਕੀ ਹੈ, ਰਾਸ਼ਨ ਦਿੱਤਾ ਜਾਏਗਾ। ਠੀਕ ਹੈ, 5 ਕੇਜੀ ਐਕਸਟਰਾ ਰਾਸ਼ਨ ਦਿੱਤਾ ਜਾਏਗਾ ਪਲੱਸ 1 ਕਿਲੋ ਐਕਸਟਰਾ ਦਾਲਾਂ ਦਿੱਤੀਆਂ ਜਾਣਗੀਆਂ 1 ਕਿਲੋ। ਔਰ ਇਹ ਸਕੀਮ ਕਦੋਂ ਤੱਕ ਚੱਲੇਗੀ? ਜੂਨ 2022 ਤੱਕ। ਠੀਕ ਹੈ, ਸਕੀਮ ਸ਼ੁਰੂ ਕਦੋਂ ਹੋਈ? ਅਪ੍ਰੈਲ ਦੇ ਮਹੀਨੇ 2020 ਵਿੱਚ ਸ਼ੁਰੂ ਹੋਈ ਸੀ। ਠੀਕ ਹੈ, ਤੇ ਇਹਦੇ ਅੰਡਰ ਹੋਰ ਕਿਹੜੇ, ਜਿੱਦਾਂ ਸਰਕਾਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੋਕਡਾਊਨ ਸੀ, ਠੀਕ ਹੈ, ਸਰਕਾਰ ਨੇ ਬਹੁਤ ਸਾਰੇ ਆਤਮ ਨਿਰਭਰ ਭਾਰਤ ਸਕੀਮ, ਠੀਕ ਹੈ, ਇਹ ਪਾਰਟ ਕਿਹਦਾ ਵਾ? ਇਹ ਸਕੀਮ ਕਿਹਦਾ ਪਾਰਟ ਹੈ? ਆਤਮ ਨਿਰਭਰ ਭਾਰਤ। ਤੁਸੀਂ ਬਹੁਤ ਸੁਣਿਆ ਨਾ ਆਤਮ ਨਿਰਭਰ ਭਾਰਤ, ਪ੍ਰਧਾਨ ਮੰਤਰੀ ਆਤਮ ਨਿਰਭਰ ਭਾਰਤ ਸਕੀਮ। ਠੀਕ ਹੈ, ਆਤਮ ਨਿਰਭਰ ਭਾਰਤ ਸਕੀਮ ਬਾਰੇ ਵੀ ਪਤਾ ਹੋਣਾ ਚਾਹੀਦਾ। ਆਤਮ ਨਿਰਭਰ ਭਾਰਤ ਸਕੀਮ ਚ ਕੀ ਹੀ ਸਰਕਾਰ ਨੇ ਅਲੱਗ-ਅਲੱਗ ਅਨਾਉਂਸਮੈਂਟ ਕੀਤੀਆਂ ਸੀ, ਜਿਵੇਂ ਕਿ ਜਿਹੜੇ ਕਿਸਾਨਾਂ ਨੂੰ ਪੀਐਮ ਕਿਸਾਨ ਸਕੀਮ ਕੇ ਕਿਸਾਨਾਂ ਨੂੰ 2000 ਰੁਪਏ ਦਿੱਤੇ ਜਾਣਗੇ। ਠੀਕ ਹੈ, ਇੱਕ ਉਹਨਾਂ ਨੇ ਇਹ ਕਿਹਾ ਸੀ ਆਤਮ ਨਿਰਭਰ ਭਾਰਤ ਸਕੀਮ ਦੇ ਅੰਡਰ। ਠੀਕ ਹੈ, ਅਗਰ ਤੁਹਾਨੂੰ ਪੁੱਛ ਲਿਆ ਕਿ ਆਤਮ ਭਾਰਤ ਸਕੀਮ ਦੇ ਅੰਡਰ ਕੀ ਕੀਤਾ, ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੀ ਹੈ ਕਿ 2000 ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ। ਮਨਰੇਗਾ ਸਕੀਮ ਚ ਉਹਨਾਂ ਨੇ ਕਿਹਾ ਤਾਂ 20 ਰੁਪਏ ਵਧਾਤੇ। ਠੀਕ ਹੈ, ਅਗਰ ਕਿਤੇ ਮਤਲਬ ਕਿਤੇ 110 ਰੁਪਏ, ਮਤਲਬ 110 ਰੁਪਏ ਵੇਜ ਹੀ ਦਿਨ ਦੀ ਮਨਰੇਗਾ ਸਕੀਮ ਦੇ ਅੰਡਰ ਦਿਹਾੜੀ ਜਿਹੜੀ ਸੀ, ਉਹਨਾਂ ਨੇ ਮਤਲਬ ਇਹ 20 ਰੁਪਏ ਕਰਤੇ ਤੇ 120 ਰੁਪਏ ਹੋ ਗਏ। ਠੀਕ ਹੈ, ਮਤਲਬ ਮਨਰੇਗਾ ਦੀ ਸੈਲਰੀ ਮਤਲਬ ਉਹ ਵਧਾਤੀ। ਇੰਸ਼ੋਰੈਂਸ ਕਵਰ ਦਿੱਤਾ, 50 ਲੱਖ ਦਾ ਇੰਸ਼ੋਰੈਂਸ ਕਵਰ ਮਿਲੇਗਾ। ਠੀਕ ਹੈ, ਔਰ ਜਿਹੜੀ ਵੂਮਨ, ਜਿਹੜੇ ਜਨਧਨ ਸਕੀਮ ਜਿਹੜੀ ਹੈ ਉਹਦੇ ਅੰਦਰ ਜਿਹੜੀਆਂ ਔਰਤਾਂ ਵਾ, ਠੀਕ ਹੈ, ਉਹਨਾਂ ਨੂੰ 500 ਰੁਪਏ ਹਰ ਮਹੀਨੇ ਦਿੱਤਾ ਜਾਏਗਾ। ਔਰ ਫ੍ਰੀ ਐਲਪੀਜੀ ਕਨੈਕਸ਼ਨ ਦਿੱਤੇ ਜਾਣਗੇ ਬਿਲੋ ਪਾਵਰਟੀ ਲਾਈਨ। ਠੀਕ ਹੈ, ਇਹ ਸਾਰੀਆਂ ਕੁਝ ਮਤਲਬ ਸਰਕਾਰ ਦੁਆਰਾ ਸੁਵਿਧਾ ਦਿੱਤੀਆਂ ਗਈਆਂ ਸਨ ਆਤਮ ਨਿਰਭਰ ਭਾਰਤ ਸਕੀਮ ਦੇ ਅੰਦਰ। ਠੀਕ ਹੈ, ਇਹਦੇ ਵਿੱਚ ਗਰੀਬਾਂ ਨੂੰ ਕੀ ਫੂਡ ਪ੍ਰੋਵਾਈਡ ਕੀਤਾ ਗਿਆ। ਠੀਕ ਹੈ, ਕਿਸਾਨਾਂ ਨੂੰ 2000 ਰੁਪਏ ਦਾ ਸਕੀਮ ਰੱਖੀ ਗਈ, ਮਨਰੇਗਾ ਦੀ ਵਧਾਈ ਗਈ, ਇੰਸ਼ੋਰੈਂਸ ਕਵਰੇਜ ਦਿੱਤਾ ਗਿਆ, ਐਲਪੀਜੀ ਕਨੈਕਸ਼ਨ ਫ੍ਰੀ ਦਿੱਤੇ ਗਏ, ਜਨਧਨ ਦੇ ਸਕੀਮ ਦੇ ਅੰਦਰ 500 ਰੁਪਏ ਪਰ ਮੰਥ ਦਾ ਕੀਤਾ ਗਿਆ। ਠੀਕ ਹੈ, ਤੇ ਇਹ ਸਕੀਮ ਹੈ। ਔਰ ਇਹ ਸਕੀਮ ਵੈਸੇ ਪ੍ਰਧਾਨ ਮੰਤਰੀ ਅੰਨ ਯੋਜਨਾ ਸ਼ੁਰੂ ਹੋਈ ਸੀ 2016 ਚ। ਠੀਕ ਹੈ, 2016 ਚ ਸ਼ੁਰੂ ਹੋਈ ਸੀ। ਓਕੇ, याद रखनी डेट, अगर पूछे पूरी डेट की है 17 दिसंबर 2016, 17 दिसंबर 2016। ठीक है, स्कीम वैसे उदो शुरू हुई, बट फिर प्रधानमंत्री ने स्कीम के अंदर 2020 ਵਿੱਚ ਜਦੋਂ मतलब कि कोरोना वगैरह ਚੱਲ ਰਿਹਾ ਸੀ ਤੇ ਕਿਹਾ ਸੀ ਕਿ 5 ਕਿਲੋ ਐਡੀਸ਼ਨਲ ਦਿੱਤਾ ਜਾਏਗਾ। ਸਮਝ ਆਇਆ? ਠੀਕ ਹੈ, ਨੈਕਸਟ ਕੁਐਸਚਨ। ठीक है, ये IMF ਦੇ ਨਾਲ ਰਿਲੇਟਡ ਸਕੀਮਸ ਹੈ, ਇੰਟਰਨੈਸ਼ਨਲ ਮੋਨੈਟਰੀ ਫੰਡ ਦੇ ਨਾਲ ਰਿਲੇਟਡ। ਠੀਕ ਹੈ, IMF ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ ਹੈੱਡਕੁਆਰਟਰ ਕਿੱਥੇ ਹੈ, ਇਹਦੇ ਨਾਲ ਕਿਹੜੀ ਆਰਗੇਨਾਈਜੇਸ਼ਨ ਬਣੀ ਸੀ। ਓਕੇ, ਤੇ IMF ਜਿਹੜਾ ਕੋਟਾ ਸਿਸਟਮ ਹੈ, ਠੀਕ ਹੈ, IMF ਦੇ ਅੰਡਰ ਦਿੱਤਾ ਜਾਂਦਾ। ਇਹ ਤੁਹਾਨੂੰ ਡਿਟੇਲ ਵਿੱਚ ਪੜਾਇਆ ਮਤਲਬ ਐਪ ਵਿੱਚ ਹੈ, ਤੇ ਇੱਕ ਵਾਰੀ ਉਹਨੂੰ ਰਿਵਾਈਜ਼ ਕਰ ਲਿਓ। ठीक है, इंटरनेशनल मॉनेटरी फंड के अंडर ਕਿਹੜੀ ਸਕੀਮਾਂ मतलब ਕਿਹੜੀ ਰਿਪੋਰਟਸ ਨੇ। ਠੀਕ ਹੈ, ਇਹਨਾਂ ਨੂੰ ਯਾਦ ਕਰਨ ਦਾ ਤਰੀਕਾ ਕੀਵਰਡ ਯਾਦ ਕਰ ਲਓ। ਠੀਕ ਹੈ, ਮੋਨੈਟਰੀ ਹੈ, ਮੋਨੈਟਰੀ ਦਾ ਮਤਲਬ ਮਨੀ, ਪੈਸੇ ਨਾਲ ਰਿਲੇਟਡ ਹੈ। ਠੀਕ ਹੈ, ਇਹ ਪੈਸਾ ਪ੍ਰੋਵਾਈਡ ਕਰਦੀ ਹੈ, ਜਿਵੇਂ ਕਿਸੇ ਕੰਟਰੀ ਕ੍ਰਾਈਸਿਸ ਵਿੱਚ ਹੈ, ਮਤਲਬ ਔਖੇ ਟਾਈਮ 'ਚ ਹੈ, ਉਹਨਾਂ ਨੂੰ ਮਤਲਬ ਘੱਟ ਇੰਟਰਸਟ ਰੇਟ ਤੇ ਪੈਸਾ ਦਿੰਦੀ ਹੈ। ਈਵਨ ਪ੍ਰਾਈਵੇਟ ਕੰਪਨੀਆਂ ਨੂੰ ਘੱਟ ਮਤਲਬ ਇੰਟਰਸਟ ਰੇਟ ਤੇ ਕ੍ਰੈਡਿਟ ਦਿੰਦੀ ਹੈ, ਲੋਨ ਦਿੰਦੀ ਹੈ। ਠੀਕ ਹੈ, ਗਲੋਬਲ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ। ਓਕੇ, ਜਿੱਦਾਂ ਜਿਹੜੀ ਕੰਟਰੀ ਕੋ ਜਿੰਨਾ ਕੋਟਾ ਹੈ, ਕੋਟਾ ਸਿਸਟਮ ਹੈ ਇਹਦੇ ਵਿੱਚ। ਠੀਕ ਹੈ, ਕੋਟਾ ਇਹ ਮੈਂ ਤੁਹਾਨੂੰ ਉਹ 'ਚ ਕਰਾਇਆ ਸੀ ਜਦੋਂ ਮੈਂ MCQ ਕਰਾਈ ਸੀ, ਉਹ 'ਚ ਦੱਸਿਆ ਸੀ ਕਿ ਸਪੈਸ਼ਲ ਡਰਾਇੰਗ ਰਾਈਟਸ ਕੀ ਹੁੰਦੇ। ਠੀਕ ਹੈ, ਸਪੈਸ਼ਲ ਡਰਾਇੰਗ ਰਾਈਟ ਦੇ ਅਕੋਰਡਿੰਗ ਉਨਾ ਹੀ ਉਹਨਾਂ ਦਾ ਕੋਟਾ ਹੋਏਗਾ, ਜਿੰਨਾ ਕੋਟਾ ਹੈ ਉਨਾ ਹੀ ਮਤਲਬ ਲੋਨ ਲੈ ਸਕਦੇ ਆ। ਠੀਕ ਹੈ, ਉਨਾ ਹੀ ਉਹਨਾਂ ਨੂੰ ਕੀ ਵੋਟਿੰਗ ਰਾਈਟ ਮਿਲ ਜਾਂਦਾ। ਠੀਕ ਹੈ, ਇਹ ਸਭ ਹੈ। ਤੇ ਜੋ ਇਹਦੇ ਡਿਟੇਲ 'ਚ ਨਹੀਂ ਜਾਂਦੇ, IMF ਬਾਰੇ ਪੜ੍ਹਦੇ ਆ। ਠੀਕ ਹੈ, ਗਲੋਬਲ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ IMF ਦੀ ਹੈ, ਕਿਉਂਕਿ IMF ਦੀ ਰਿਪੋਰਟਸ ਕਾਫੀ ਐਗਜ਼ਾਮ ਵਿੱਚ ਪੁੱਛਦੇ ਆ। ਵਰਲਡ ਇਕਨੋਮਿਕ ਆਊਟਲੁੱਕ। ਠੀਕ ਹੈ, ਇਹਨਾਂ ਕੀ ਇਕਨੋਮਿਕਸ ਵਿੱਚ ਅਗਰ ਉਹ ਜਦੋਂ ਲੋਨਸ ਪ੍ਰੋਵਾਈਡ ਕਰਨਗੇ, ਇਕਨੋਮਿਕਸ ਵਧੀਆ ਰਹੇਗੀ। ਠੀਕ ਹੈ, ਕੰਪੀਟੀਸ਼ਨ ਵਧੇਗਾ, ਜੈਂਡਰ ਗੈਪ ਘਟੇਗਾ। ਜੈਂਡਰ ਗੈਪ ਕੀ ਮੈਨ ਵੂਮਨ ਵਿੱਚ ਜਿਹੜਾ ਗੈਪ ਹੈ। ਠੀਕ ਹੈ, ਉਹ ਮਤਲਬ ਪੋਲੀਟੀਕਲੀ ਲੈ ਕੇ ਇਕਨੋਮਿਕਲੀ ਲੈ ਕੇ ਜੋਬ ਨੂੰ ਲੈ ਕੇ
ट्रैवल टूरिज्म कंपटीशन, ठीक है, ग्लोबल इंफॉर्मेशन टेक्नोलॉजी रिपोर्ट, ठीक है, ये रिपोर्टां जारी कीतियां जांदियां। इन्हां दे कीवर्ड याद रख लो ताकि तुहानूं एग्जाम च भुल्लण ना कि फाइनैंशियल, इकोनॉमिक आउटलेट, कंपीटिटिवनेस, जेंडर गैप, टूरिज्म कंपटीशन, इंफॉर्मेशन टेक्नोलॉजी, ये किहदियां रिपोर्ट्स ने? IMF दियां रिपोर्ट ने। ओके, नेक्स्ट ग्लोबल विंड रिपोर्ट, ठीक है, ग्लोबल विंड रिपोर्ट किहदे द्वारा जारी की जाती है? ग्लोबल विंड एनर्जी कौंसल द्वारा तैयार की जाती है, ठीक है। वैसे तो ਇਹਦੇ ਵਿੱਚ ਜ਼ਿਆਦਾ ਤੁਹਾਨੂੰ डिटेल्स याद करने की लोड़ नहीं हैगी कि ग्लोबल विंड रिपोर्ट का की काम है, बस इन्ना कुछ याद रखना कि इंडिया के पॉइंट ऑफ व्यू तो याद रखांगे, ठीक है। ये रिपोर्ट अगर इंडिया तैयार करते, इंडिया में मिनिस्ट्री ऑफ रिन्यूएबल एनर्जी रिपोर्ट तैयार करती है, ठीक है, मिनिस्ट्री ऑफ रिन्यूएबल एनर्जी, ठीक है। टारगेट की है, टारगेट पूछ सकते हैं रिन्यूएबल एनर्जी तो पहला तुहानू पता होनी चाहिए ग्लोबल अगर जो एनर्जी है, ठीक है। रिन्यूएबल एनर्जी की हुंदा? रिन्यूएबल एनर्जी हुंदा वा कि जिहड़ी सूरज तो मिलदी रोशनी, जिहड़ी मतलब असीं दोबारा प्रोड्यूस कर सकते हैं, उहनूं रिन्यूएबल एनर्जी कहंदे। जिवें सूरज तो मिलदी है जिहड़ी रोशनी, ठीक है, ਉਹ ਤੋਂ अगर इलैक्ट्रिसिटी बनाने हैं, सोलर प्लेटां लाने ਉਹਦੇ ਨਾਲ इलैक्ट्रिसिटी प्रोड्यूस ਹੁੰਦੀ है, विंड ਦਾ यूज़ करके, हवा ਦਾ यूज़ करके इलैक्ट्रिसिटी प्रोड्यूस ਹੁੰਦੀ है, पानी वाटर का यूज़ करके, हाइड्रोजन ਨੂੰ ਕਹਿੰਦੇ हाइड्रो इलैक्ट्रिसिटी ਦਾ यूज़ करके ਹੁੰਦੀ है, ठीक है। ਤੇ ਕੁਝ ਤਰੀਕੇ ਜਿਹਦੇ ਨਾਲ ਰਿਨਿਊਏਬਲ એનર્ਜੀ ਹੈ, ਜਿੱਦਾਂ ਮਤਲਬ ਵੇਸਟ ਮਟੀਰੀਅਲ ਨੂੰ यूज़ करके बायोफ्यूल बना सकते हैं, ठीक है। ये कुछ मैथड है जो मतलब इन्वायरमेंट फ्रेंडली है, ठीक है। ਇਹਦੇ ਨਾਲ ਕੀ रिसोर्सेस ज़्यादा इफेक्ट नहीं होते, बायोडाइवर्सिटी ਨੂੰ ज़्यादा इफेक्ट नहीं होते, जंगलों ਨੂੰ ज़्यादा नुकसान नहीं होते, ठीक है। ਤੇ रिन्यूएबल एनर्जी ਤੇ इंडिया ਜਿੱਦਾਂ ਅਸੀਂ ਕੋਇਲ ਵਗੈਰਾ ਖਰੀਦਦੇ ਆ, ਬਾਹਰੋਂ ਕੋਇਲਾ ਮੰਗਾਉਂਦੇ ਆ, तेल क्रूड ऑयल मंगाने तो ਉਹਦੇ ਨਾਲ ਕੀ ਇੱਕ ਤੇ ਖਰਚਾ ਜ਼ਿਆਦਾ, ਸਰਕਾਰ ਦਾ ਕਿੰਨਾ ਪੈਸਾ ਇਹਦੇ ਵਿੱਚ ਚੱਲ ਜਾਂਦਾ, ਦੂਜਾ ਇਨਵਾਇਰਨਮੈਂਟ ਫ੍ਰੈਂਡਲੀ ਨਹੀਂ ਹੈਗਾ। ਤੇ ਇਸ ਕਰਕੇ ਕੀ ਹੈ ਕਿ ਸਰਕਾਰ ਜ਼ੋਰ ਦਿੰਦੀ ਹੈ ਰਿਨਿਊਏਬਲ એનર્ਜੀ 'ਚ, ਕਿਉਂਕਿ ਸਾਡੇ ਦੇਸ਼ ਵਿੱਚ ਰਿਸੋਰਸ ਹੈ, ਸਾਡੇ ਦੇਸ਼ ਵਿੱਚ ਸੂਰਜ ਦੀ ਰੋਸ਼ਨੀ ਵੀ ਕਾਫੀ ਹੈ, ਵਿੰਡ ਹੈ, ਵਾਟਰ ਹੈ, ਠੀਕ ਹੈ, ਕਾਫੀ ਕੁਝ ਹੈ। ਇਸ ਕਰਕੇ ਇੰਡੀਆ ਰਿਨਿਊਏਬਲ એનર્ਜੀ ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਇਸ ਕਰਕੇ ਇੰਡੀਆ ਦਾ ਟਾਰਗੇਟ ਹੈ ਕਿ ਇੰਡੀਆ ਵਿੱਚ 60 ਗੀਗਾਵਾਟ, ठीक है, गीगावाट रिन्यूएबल एनर्जी प्रोड्यूस करनी कदों तक? 2022 तक, 2022 तक, ओके। और 140, ठीक है, 140 गीगावाट एनर्जी प्रोड्यूस करनी है 2030 तक, ठीक है। तो ये तुसी याद रखने जेरे क्वेश्चन कि मतलब 2022 तक, मतलब जो साल चल रहा 60 गीगावाट एनर्जी असी प्रोड्यूस करनी है इस साल खत्म होने तक, ਤੇ 2030 ਤੱਕ 140 ਗੀਗਾਵਾਟ એનર્ਜੀ ਪ੍ਰੋਡਿਊਸ ਕਰੇ ਰਿਨਿਊਏਬਲ એનર્ਜੀ ਤੋਂ, ਠੀਕ ਹੈ। ਰਿਨਿਊਏਬਲ એનર્ਜੀ ਵਿੱਚ ਸਾਰਾ ਆਂਦਾ ਹੈ, ਵਿੰਡ ਆਂਦਾ, ਵਾਟਰ ਆਂਦਾ। ਹੁਣ ਜਿੱਦਾਂ ਗਲੋਬਲ ਵਿੰਡ ਰਿਪੋਰਟ ਹੈ, ਇਹ ਦੱਸਦੀ ਕਿ ਅਲੱਗ-ਅਲੱਗ ਕੰਟਰੀਆਂ ਦੀ ਅਗਰ ਉਹ ਵਿੰਡ ਦਾ ਯੂਜ਼ ਕਰਦੇ, ਹਵਾ ਦਾ ਯੂਜ਼ ਕਰਦੇ એનર્ਜੀ ਪ੍ਰੋਡਿਊਸ ਕਰੇ, ਤੁਹਾਨੂੰ ਪਤਾ ਇਦਾਂ ਦੇ ਉਹ ਲੱਗੇ ਹੁੰਦੇ ਲੰਬੇ ਲੰਬੇ, ਇਹਨੂੰ ਕਹਿੰਦੇ ਗੋਲ-ਗੋਲ ਘੁੰਮਦੇ ਆ, ਠੀਕ ਹੈ, ਤੇ ਵਿੰਡ એનર્ਜੀ ਪ੍ਰੋਡਿਊਸ ਕਰਦੇ ਆ। ਤੇ ਮਤਲਬ ਇਹਦਾ ਅਗਰ ਇੰਡੀਆ 'ਚ ਦੇਖਿਆ ਜਾਵੇ, ਇੰਡੀਆ ਦਾ ਇੰਡੀਆ 'ਚ ਇਹਦਾ ਕੀ ਟਾਰਗੇਟ ਹੈ? ਇੰਡੀਆ ਦਾ ਟਾਰਗੇਟ ਹੈ ਕਿ 2022 ਤੱਕ, ठीक है, इस साल के खत्म होने तक 5 गीगावाट एनर्जी ਲਈ इंस्टॉल किए जान, ठीक है, इदां ਦੇ ਉਹ ਲਾਏ ਜਾਣ ਜਿਹੜੇ ਹਵਾ ਇਦਾਂ ਘੁੰਮਦਾ, ਮਤਲਬ ਹਵਾ ਹਿਲਦੇ ਆ, ਉਹਦੇ ਨਾਲ ਕਿ ਵਿੰਡ એનર્ਜੀ ਪ੍ਰੋਡਿਊਸ ਹੁੰਦੀ ਹੈ, ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈ। ਤੇ ਉਹਦੇ ਨਾਲ ਕੀ ਹੈ ਕਿ 2022 ਤੱਕ ਇਹ ਕਿ 5 ਗੀਗਾਵਾਟ એનર્ਜੀ ਪ੍ਰੋਡਿਊਸ ਕਰਨ ਲਈ ਇਹਨਾਂ ਨੂੰ ਇੰਸਟਾਲ ਕੀਤਾ ਜਾਏ, ਠੀਕ ਹੈ। ਤੇ ਇਹ ਪਾਣੀ 'ਚ ਵੀ, ਲੈਂਡ ਤੇ ਵੀ ਇੰਸਟਾਲ ਕੀਤਾ ਜਾਂਦਾ ਇਹਨਾਂ ਨੂੰ, ਔਰ ਵਾਟਰ ਵਿੱਚ ਵੀ, ਠੀਕ ਹੈ। ਇਹਨਾਂ ਨੂੰ ਤੁਸੀਂ ਲੈਂਡ ਤੇ ਵੀ ਲਾ ਸਕਦੇ ਹੋ ਔਰ ਪਾਣੀ ਤੇ ਵੀ ਇਹਨਾਂ ਦਾ ਯੂਜ਼ ਕਰ ਸਕਦੇ ਹੋ, ਓਕੇ। नेक्स्ट क्वेश्चन है कि विच अमंग द फॉलोइंग इंटरनेशनल एजेंसी पब्लिश द इनेबलिंग द बिजनेस ऑफ एग्रीकल्चर रिपोर्ट, ठीक है। बिजनेस ऑफ एग्रीकल्चर रिपोर्ट है, ये किहदे द्वारा पब्लिश की गई है, ठीक है। इस रिपोर्ट च है की है, इस रिपोर्ट में ये दसिया गया है कि मतलब कि जिहड़ी सरकारां दी जिहड़ी पॉलिसियां ने, ठीक है, सरकारां दी पॉलिसियां ने कि वो लोकां नूं फायदा देंदियां ने जां फिर की नुकसान देंदियां ने, ठीक है। वर्ल्ड बैंक की रिपोर्ट है, ठीक है, ये वर्ल्ड बैंक की रिपोर्ट है। ਇਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਜਿਹੜੇ ਗਵਰਨਮੈਂਟ ਦੀਆਂ ਪਾਲਿਸੀਆਂ ਪੂਰੇ ਵਰਲਡ ਨੂੰ ਲੈ ਕੇ ਦੁਨੀਆ ਤੇ ਜਿਹੜੇ ਪਾਲਿਸੀਆਂ ਕੀ ਉਹ ਪਾਲਿਸੀਆਂ ਜਿਹੜੇ ਡੋਮੈਸਟਿਕ ਫਾਰਮਰ ਨੇ, ਜਿਹੜੇ ਆਮ ਕਿਸਾਨ ਨੇ, ਉਹਨਾਂ ਨੂੰ ਉਹ ਪਾਲਿਸੀਆਂ ਫਾਇਦਾ ਦੇ ਰਹੀਆਂ ਕਿ ਨੁਕਸਾਨ ਦੇ ਰਹੀਆਂ, ਉਹਦੇ ਉੱਤੇ ਰਿਪੋਰਟ ਹੈ, ਠੀਕ ਹੈ। ਕਿਹਦੇ ਦੁਆਰਾ ਜਾਰੀ ਕੀਤੀ ਗਈ ਹੈ? ਵਰਲਡ ਬੈਂਕ ਦੁਆਰਾ। ਨੈਕਸਟ कॉन्सिडर फॉलोइंग पेयर, ठीक है, जिदा मैं तुहानू कहा कि अगर तुहानू पता है कि वर्ल्ड बैंक की किहड़ी रिपोर्ट है, वर्ल्ड इकोनॉमिक दी, ठीक है, तो फिर ये कि तुसीं इहदा वधिया मतलब कि इदां दे क्वेश्चन आउणगे जिस च तुहानू सिंपल वो पूछणगे मैच दी फॉलोइंग, तुसीं मैच दी फॉलोइंग करनी। जिवें कि पहला वा कि लॉजिस्टिक परफॉर्मेंस इंडेक्स किहदे द्वारा जारी किया जाता? वर्ल्ड बैंक का, मैं स्टार्टिंग दस्सिया सी, सही है,
ट्रेड फैसिलिटी इंडेक्स किहदे द्वारा जारी किया, इन्होंने क्या वर्ल्ड इकनॉमिक, ये गलत है क्योंकि ट्रेड फैसिलिटी इंडेक्स जो जारी किया जाता OECD द्वारा जारी किया जाता और इनेबलिंग ट्रेड इंडेक्स जारी किया जाता है वर्ल्ड इकनॉमिक फोरम। इस करके ਜਿਹੜਾ 2 ਦਾ ਆਨਸਰ 3 ਹੋਏਗਾ 3 ਦਾ ਆਨਸਰ 2 ਹੋਏਗਾ, ਇਸ ਕਰਕੇ ਇਹਦਾ ਆਨਸਰ ਸਿਰਫ 1 ਓਨਲੀ ਸਹੀ ਹੈ। ਤੇ ਇਦਾਂ ਵੀ ਤੁਹਾਨੂੰ ਇਹ ਕੁਐਸਚਨ ਆ ਸਕਦੇ ਆ। ਓਕੇ ਚਲੋ ਨੈਕਸਟ ਕਰਦੇ ਆ। नेक्स्ट है कि सस्टेनेबल डेवलपमेंट सोल्यूशन नेटवर्क वर्ल्ड हैप्पीनेस रिपोर्ट, ठीक है। वर्ल्ड हैप्पीनेस रिपोर्ट पहला किहदे द्वारा जारी की जाती है, ठीक है, सस्टेनेबल यूनाइटेड नेशन का पार्ट है ते ਉਹਦੇ ਦੁਆਰਾ ਤੇ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਵਰਲਡ ਹੈਪੀਨੈਸ ਰਿਪੋਰਟ ਹੈ, ਠੀਕ ਹੈ, ਇਹਦੇ ਵਿੱਚ ਕਿਹੜੇ-ਕਿਹੜੇ ਇੰਡੀਕੇਟਰ ਹੈ ਦੇ, ਠੀਕ ਹੈ। ਇਹ 2012 ਵਿੱਚ ਲਾਂਚ ਹੋਈ ਸੀ, ਠੀਕ ਹੈ, 2012 ਚ ਇਹਦੀ ਸਟਾਰਟ ਹੋਈ ਸੀ ਵਰਲਡ ਹੈਪੀਨੈਸ ਇੰਡੈਕਸ। ਤੇ ਉਹਨਾਂ ਨੇ ਪੁੱਛਿਆ ਇਹਦੇ ਵਿੱਚ ਕਿਹੜੇ-ਕਿਹੜੇ ਇੰਡੀਕੇਟਰ ਨੇ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਇੰਡੀਆ ਦਾ ਕੀ ਰੈਂਕ ਹੈ ਇਹਦੇ ਵਿੱਚ, ਠੀਕ ਹੈ। 2021 ਵਿੱਚ ਇੰਡੀਆ ਦਾ ਰੈਂਕ ਸੀ 139, 2022 ਵਿੱਚ ਇੰਡੀਆ ਦਾ ਰੈਂਕ ਹੋ ਗਿਆ 136, मतलब ਇੰਡੀਆ ਨੇ ਇੰਪਰੂਵ ਕੀਤਾ, ठीक है, इंडिया ने इंप्रूव किया वर्ल्ड हैप्पीनेस इंडेक्स। और टॉप ते केड़ी कंट्री रही है, फिनलैंड, नॉर्वे, डेनमार्क, ये सारे इन्हां चीज़ां चों टॉप ते रहिंदे, ठीक है। और सब तो घटिया जिहने मतलब जिथे दी परफॉर्मेंस है वो अफगानिस्तान। ओके ਹੁਣ ਇਹ ਕੁਐਸਚਨ ਪੁੱਛਣ ਦੇ ਇਹਦੇ ਵਿੱਚ ਕਿਹੜੇ-ਕਿਹੜੇ ਵੇਰੀਏਬਲਸ ਇੰਡੀਕੇਟਰ ਨੇ ਜਿਹੜੇ ਵਰਲਡ ਹੈਪੀਨੈਸ ਰਿਪੋਰਟ ਵਿੱਚ ਆਉਂਦੇ ਆ, ਠੀਕ ਹੈ। ਕਿਹੜੇ-ਕਿਹੜੇ ਨੇ, ਗ੍ਰੋਸ ਡੋਮੈਸਟਿਕ ਪਰ ਕੈਪੀਟਾ, ਇਹ ਸਹੀ ਹੈ ਕਿਉਂਕਿ ਵਰਲਡ ਹੈਪੀਨੈਸ ਰਿਪੋਰਟ ਜਿਹੜਾ ਇਹਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਸੋਲੂਸ਼ਨ ਨੈਟਵਰਕ ਹੈ, ਇਹਦੇ ਵਿੱਚ ਦੇਖਿਆ ਜਾਂਦਾ ਕਿ ਪਰ ਕੈਪੀਟਲ ਕਿੰਨੀ ਹੈ, GDP ਪਰ ਕੈਪੀਟਲ ਪਰ ਪਰਸਨ ਦੀ ਇਨਕਮ ਕਿੰਨੀ ਹੈ, ਠੀਕ ਹੈ। ਪੇਇੰਗ ਟੈਕਸ ਇਹ ਇਹਦੇ ਵਿੱਚ ਨਹੀਂ ਕਾਊਂਟ ਹੁੰਦਾ ਵਰਲਡ ਹੈਪੀਨੈਸ ਵਿੱਚ। ਜੈਨਰੋਸਿਟੀ, ਠੀਕ ਹੈ, ਇਹ ਕਾਊਂਟ ਹੁੰਦਾ ਹੈ। परसैप्शन ऑफ करप्शन, ठीक है, ये काउंट होंदा। इस तो इलावा होर की काउंट होंदा सोशल सपोर्ट, ठीक है, सोशल सपोर्ट कितना, सोशल सपोर्ट कितना मिलता वा, ठीक है, ਉਹਦੇ ਨਾਲ भी हैप्पीनेस इंडेक्स काउंट होंदा। ओके और उस तो बाद हेल्थ, ठीक है, हेल्थ मतलब लाइफ एक्सपेक्टेंसी कितनी वधिया हेल्थ मतलब वगैरह कि कितनी देर मतलब उम्र कट लेंदे हैं, ठीक है। फ्रीडम टू मेक लाइफ चॉइस, फ्रीडम टू मेक लाइफ चॉइस, ओके ये सारे इंडिकेटर ने ਇਹਦੇ ਸਸਟੇਨੇਬਲ ਡਿਵੈਲਪਮੈਂਟ ਜਿਹੜੀ ਹੈ ਵਰਲਡ ਹੈਪੀਨੈਸ ਰਿਪੋर्ट है कि ग्रोस मतलब ਬੰਦੇ ਦੀ ਇਨਕਮ ਕਿੰਨੀ ਹੈ, ਠੀਕ ਹੈ। ਜੈਨਰੋਸਿਟੀ, ਕਰਪਸ਼ਨ मतलब हैगी है ਭ੍ਰਿਸ਼ਟਾਚਾਰ ਹੈਗਾ ਉਸ ਕੰਟਰੀ ਵਿੱਚ ਕਿੰਨਾ ਵਾ। ਸੋਸ਼ਲ ਸਪੋਰਟ ਸਮਾਜਿਕ मतलब ਕਿੰਨਾ ਸਹਿਯੋਗ ਮਿਲਦਾ। ਹੈਲਥ ਕਿੱਦਾਂ ਦੀ ਹੈ ਲੋਕਾਂ ਦੀ, ਠੀਕ ਹੈ, ਕਿੰਨੀ ਉਮਰ ਜੀ ਲੈਂਦੇ ਹੋ। फ्रीडम मतलब अपनी अगर वो चॉइस पूरी करना चाहते ਜਾਂ अपनी कोई डिसीजन लेना चाहते हो ले सकते कि नहीं वैसे, ठीक है। तो ये इंडिकेटर्स ने, बाकी तुहानू पता होना चाहिए इंडिया ने इंप्रूव किया है, टॉप फिनलैंड ने किया है, वर्स्ट अफगानिस्तान मतलब बॉटम ते अफगानिस्तान रहा। ओके तो ये सैकेंड ऑप्शन गलत है, तो सैकेंड ऑप्शन एलिमीनेट कर दो, तो आंसर होएगा बी। ओके इदा के क्वेश्चन तुहानू UPSC एग्जाम में देखने को मिलते हैं। नैक्सट हम यूनाइटेड नेशन बारे पढ़ रहे थे, तो इस करके मैं यूनाइटेड नेशन के जिन्नियां भी रिपोर्ट्स आदियां सारियां ये हिट पातियां। बाकी ये साडी जो PDF है ये तुहानू फ्री अवेलेबल है यूट्यूब ते, साडे एग्जाम की क्लासेस चैनल ते और टैलीग्राम चैनल ते भी अवेलेबल है। तुसीं उत्थों डाउनलोड करके ते जो भी मैं कराया, ठीक है, उन्होंने रिवाइज कर सकते हो, या फिर इन्हू PDF नू डाउनलोड करके ये उत्ते जो भी मैं तुहानू इन्फॉर्मेशन दी उन्होंने तुसीं लिख के इन्हू एक बार रिवाइज मार लियो और रख लियो क्योंकि ये क्वेश्चन बार बार तुहानू आएंगे एग्जाम में। ओके ठीक है नैक्सट पढ़ते कि रिपोर्टा इन्हों द्वारा जारी की जांदियां ने, जिवें यूनीसेफ है, यूनाइटेड नेशन चिल्ड्रन एमरजेंसी फंड है जिहड़ा, ठीक है। ना तो आइडिया लगा लिया करो चिल्ड्रनस नाल रिलेटेड है, तो मतलब इहदे विच की चिल्ड्रन दा ही चैक करते हैं कि लैवल एंड ट्रेंड्स इन चाइल्ड मोरालिटी रिपोर्ट, ठीक है, मोर्टालिटी सॉरी। यूनाइटेड नेशन कॉन्फ्रेंस ऑन ट्रेड एंड डेवलपमेंट, ट्रेड की गल होंदी ते वर्ल्ड इन्वेस्टमेंट रिपोर्ट, ठीक है। इन्वायरमेंट की गल होंदी यूनाइटेड नेशन इन्वायरमेंट, ठीक है, ये भी यूनाइटेड नेशन इन्वायरमेंट। तो ये रिलेटेड जी रिपोर्ट्स होंगे वो भी कि इन्वायरमेंट रिलेटेड ही होंगे, ठीक है। जिमें एक्शन एयर क्वालिटी, एमिशन गैप रिपोर्ट, ग्लोबल इन्वायरमेंट, तो इन्वायरमेंट रिलेटेड ही है। ओके तो इस करके कीवर्ड देख लिया करो, जिमें यूनाइटेड नेशन इन्वायरमेंट और इंटरपोल की रिपोर्ट है, ये भी इन्वायरमेंट रिलेटेड है, इन्वायरमेंट क्राइम। अगे यूनेस्को की रिपोर्ट है यूनाइटेड नेशन एजुकेशन साइंटिफिक एंड कल्चर, तो एजुकेशन रिलेटेड ही होगी, तो ग्लोबल एजुकेशन मॉनिटरिंग रिपोर्ट, ठीक है। UNFPA यूनाइटेड नेशन पॉपुलेशन फंड, द स्टेट ऑफ वर्ल्ड पॉपुलेशन। अगर यूनाइटेड नेशन हैबिटेट, वर्ल्ड सिटी रिपोर्ट, हैबिटेट की रहन जिथे रहंदे, ठीक है। वर्ल्ड सिटी रिपोर्ट, यूनाइटेड नेशन ऑफिस ऑन ड्रग्स एंड क्राइम, तो ये भी कहते हैं वर्ल्ड वाइल्ड लाइफ क्राइम रिपोर्ट। ओके यूनाइटेड नेशन ऑफिस ऑन ड्रग्स एंड क्राइम, वर्ल्ड ड्रग रिपोर्ट।
ओके, ਤੇ ਨਾਲ ਮਿਲਦੀਆਂ ਜੁਲਦੀਆਂ ਰਿਪੋਰਟਾਂ ਹੁੰਦੀਆਂ, ਬਸ ਇੱਕ ਵਾਰੀ ਤੁਹਾਨੂੰ ਇਹ ਸਹੀ ਤਰੀਕੇ ਨਾਲ ਰਿਵਾਈਜ਼ ਕਰੋਗੇ ਤੇ ਯਾਦ ਹੋ ਜਾਏਗੀ, ਇੱਕ ਵਾਰੀ ਗੋ ਥਰੂ ਹੋ ਜਾਓ। ਯੂਨਾਈਟਿਡ ਨੇਸ਼ਨ ਆਫਿਸ ਔਨ ਡਰੱਗਸ ਐਂਡ ਕ੍ਰਾਈਮ, ਗਲੋਬਲ ਰਿਪੋਰਟ ਔਨ ਟ੍ਰੈਫਿਕਿੰਗ ਇਨ ਪਰਸਨ, ਕਿਉਂਕਿ ਇਹਦੇ ਵਿੱਚ ਹਿਊਮਨ ਟ੍ਰੈਫਿਕਿੰਗ ਵਗੈਰਾ ਵੀ ਕਾਊਂਟ ਹੁੰਦੀ ਹੈ, ਉੱਤੇ ਵੀ ਧਿਆਨ ਰੱਖਦੇ ਆ। of United Nation Office for Disaster Risk Reduction Global Assessment Report, ठीक है, ਕਿਹਦੀ ਕੰਟਰੀ ਕਿੰਨਾ ਡਿਜ਼ਾਸਟਰ ਰਿਸਕ ਹੈ, ਮਤਲਬ ਇਨਵਾਇਰਮੈਂਟ ਜਿੱਦਾਂ ਲੈਂਡਸਲਾਈਡ ਹੋ ਗਿਆ, ਅਰਥਕੁਏਕ ਆ ਗਏ, ਠੀਕ ਹੈ, ਫਲੱਡ ਆ ਗਏ, ਉਹਦੇ ਨਾਲ ਰਿਲੇਟਡ। ਨੈਕਸਟ ਯੂਨਾਈਟਿਡ ਨੇਸ਼ਨ ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ, ਠੀਕ ਹੈ, ਹੁਣ ਇੰਡਸਟਰੀ ਹੈ ਤੇ ਇੰਡਸਟਰੀ ਨਾਲ ਹੀ ਨਾਮ ਤੋਂ ਹੀ ਰਿਲੇਟਡ ਰਿਪੋਰਟ ਬਣਾਤੀ, ਇੰਡਸਟਰੀਅਲ ਡਿਵੈਲਪਮੈਂਟ ਰਿਪੋਰਟ। ਯੂਨੀਸੈਫ ਜਿਵੇਂ ਯੂਨਾਈਟਿਡ ਨੇਸ਼ਨ ਚਿਲਡਰਨ ਐਮਰਜੈਂਸੀ ਫੰਡ ਹੈ, ਸਟੇਟ ਆਫ ਵਰਲਡ ਚਿਲਡਰਨ ਰਿਪੋਰਟ, ਠੀਕ ਹੈ, ਇਹ ਵੀ ਰਿਪੋਰਟ ਇਹਨਾਂ ਦੀ ਹੈ। ਯੂਨੀਸੈਫ ਦੀ ਜਿਵੇਂ ਚਾਈਲਡ ਮੋਰਟੈਲਿਟੀ ਰਿਪੋਰਟ ਹੈ ਕਿ ਅਗਰ 5 ਸਾਲ ਤੋਂ ਛੋਟੇ ਜਿਹੜੇ ਬੱਚੇ ਆ ਅਗਰ 5 ਸਾਲ ਪੂਰੇ ਕਰ ਪਾਉਂਦੇ ਕਿ ਨਹੀਂ, ਠੀਕ ਹੈ, ਤੇ ਉਸ ਤੋਂ ਪਹਿਲਾਂ ਹੀ ਜਿੱਦਾਂ ਉਹਨਾਂ ਨੂੰ ਬਿਮਾਰੀ ਲੱਗ ਜਾਂਦੀ ਹੈ ਤਾਂ ਉਹ ਜੀ ਨਹੀਂ ਪਾਉਂਦੇ, ਠੀਕ ਹੈ, ਕਿਉਂਕਿ ਉਹਨਾਂ ਦੇ ਸਹੀ ਤਰੀਕੇ ਨਾਲ ਉਹਨਾਂ ਨੂੰ ਨਿਊਟ੍ਰੀਸ਼ਨ ਹੀ ਮਿਲਿਆ ਹੁੰਦਾ। ਤੇ ਯੂਨੀਸੈਫ ਦੀ ਹੀ ਇਹ ਵੀ ਯੂਨੀਸੈਫ ਦੀ ਹੀ ਰਿਪੋਰਟ ਹੈ, ਠੀਕ ਹੈ, ਇਹ ਦੋਨੋਂ ਯੂਨੀਸੈਫ ਦੀਆਂ ਰਿਪੋਰਟਾਂ, ਇਹਦੇ ਵਿੱਚ ਵੀ ਚਾਈਲਡ ਨਾਲ ਰਿਲੇਟਡ ਵਰਲਡ ਚਿਲਡਰਨ ਰਿਪੋਰਟ, ਰਿਪੋਰਟ ਔਨ ਰੈਗੂਲਰ ਰਿਸੋਰਸਿਸ, ਠੀਕ ਹੈ, ਚਿਲਡਰਨ ਨਾਲ ਰਿਲੇਟਡ ਹੀ ਹੈ ਕਿ ਉਹਨਾਂ ਨੂੰ ਸਹੀ ਰਿਸੋਰਸ ਹੈ ਜਾਂ ਨਿਊਟ੍ਰੀਸ਼ਨ ਵਗੈਰਾ ਮਿਲਣ ਦਿਆ ਕਿ ਨਹੀਂ। ਯੂਨਾਈਟਿਡ ਨੇਸ਼ਨ ਹਾਈ ਕਮਿਸ਼ਨ ਫਾਰ ਰਿਫਿਊਜੀ, ਇਹਦੀ ਗਲੋਬਲ ਰਿਪੋਰਟ ਹੈ ਦਾ ਨਾਮ, ਠੀਕ ਹੈ, ਇਹਦੇ ਨਾਮ ਤੋਂ ਨਹੀਂ ਪਤਾ ਲੱਗਾ, ਇਸ ਕਰਕੇ ਇਹਨੂੰ ਯਾਦ ਕਰਿਓ, ਇਹੋ ਜਿਹੀ ਰਿਪੋਰਟਸ ਵੀ ਐਗਜ਼ਾਮੀਨਰ ਪੁੱਛਦੇ ਨੇ, ਜਦੋਂ ਦੂਰ ਦੂਰ ਤੱਕ ਪਤਾ ਨਹੀਂ ਲੱਗੇ ਕਿ ਰਿਪੋਰਟ ਕਿਹਦੇ ਨਾਲ ਰਿਲੇਟਡ ਹੈ, ਠੀਕ ਹੈ। ਯੂਨਾਈਟਿਡ ਨੇਸ਼ਨ ਇੰਟਰ ਰੀਜਨਲ ਕ੍ਰਾਈਮ ਐਂਡ ਜਸਟਿਸ ਰਿਸਰਚ ਰਿਪੋਰਟ ਔਨ ਕਾਊਂਟਰਫਿੰਗ ਐਂਡ ਆਰਗੇਨਾਈਜ਼ਡ ਕ੍ਰਾਈਮ, ਠੀਕ ਹੈ, ਤੇ ਇਹ ਸੱਚੀ ਯੂਨਾਈਟਿਡ ਨੇਸ਼ਨ ਦੀ ਰਿਪੋਰਟ, ਇਹਦੀ ਪੀਡੀਐਫ ਤੁਸੀਂ ਇੱਕ ਵਾਰੀ ਆਪਣੇ ਥਰੂ ਪੜ੍ਹ ਲਿਓ ਤਾਂ ਉਹਦੇ ਨਾਲ ਤੁਹਾਨੂੰ ਇਹ ਰਿਵਾਈਜ਼ ਹੋ ਜਾਏਗਾ। ਓਕੇ, ਨੈਕਸਟ ਕੁਐਸਚਨ ਹੈ the report states of the world indigenous peoples voice, ठीक है, ਇਹ ਜਿਹੜੀ ਪਬਲਿਸ਼ ਹੈ ਰਿਪੋਰਟ ਹੈ ਕਿਹਦੇ ਦੁਆਰਾ ਪਬਲਿਸ਼ ਕੀਤੀ ਗਈ, ਯੂਨਾਈਟਿਡ ਨੇਸ਼ਨ ਡਿਪਾਰਟਮੈਂਟ ਆਫ ਇਕਨੋਮਿਕਸ ਅਫੇਅਰ ਦੁਆਰਾ ਇਹ ਰਿਪੋਰਟ ਜਿਹੜੀ ਹੈ ਪਬਲਿਸ਼ ਕੀਤੀ ਗਈ ਹੈ, ਠੀਕ ਹੈ। ਇਹਦੇ ਵਿੱਚ ਮਤਲਬ ਕਿ ਕਿਹਦੀ ਗੱਲ ਕੀਤੀ ਗਈ ਹੈ, ਇਹਦੇ ਵਿੱਚ ਜਿਹੜੇ ਇੰਡੀਜੀਨੀਅਸ ਲੋਕ ਹੈ, ਟ੍ਰਾਈਬਲ ਲੋਕ ਨੇ, ਠੀਕ ਹੈ, ਉਹਨਾਂ ਦਾ ਆਪਣੀ ਇੱਕ ਲਾਈਫ ਹੈ, ਉਹਨਾਂ ਦੇ ਆਪਣੇ ਮਤਲਬ ਟ੍ਰੈਡੀਸ਼ਨਲ ਨੌਲੇਜ ਨੇ, ਉਹਨੂੰ ਬਚਾਉਣ ਲਈ ਰਿਪੋਰਟ ਜਾਰੀ ਕੀਤੀ ਕਿ ਉਹਨਾਂ ਦੀ ਜਿਹੜੀ ਨੌਲੇਜ ਹੈ, ਉਹਨਾਂ ਨੂੰ ਟ੍ਰਾਈਬਲ ਹੈ ਉਹਨਾਂ ਦੀ ਪ੍ਰੋਟੈਕਸ਼ਨ ਦੇਣੀ ਚਾਹੀਦੀ। ਔਰ ਰਿਪੋਰਟ ਦਾ ਨਾਮ ਵੀ ਹੈ ਰਾਈਟ ਟੂ ਲੈਂਡ, ਰਾਈਟ ਟੂ ਲੈਂਡ, ਰਾਈਟ ਟੂ ਟੈਰੀਟਰੀ ਐਂਡ ਰਿਸੋਰਸਿਸ, ਠੀਕ ਹੈ, ਇਸ ਰਿਪੋਰਟ ਦਾ ਨਾਮ। ਤੇ ਇਹਦੇ ਵਿੱਚ ਇਹ ਦੱਸਿਆ ਗਿਆ ਇੰਡੀਜੀਨੀਅਸ ਪੀਪਲ ਨਾਲ ਰਿਲੇਟਡ ਜਿਹੜੇ ਟ੍ਰਾਈਬਲ ਲੋਕ ਹੈ, ਜਿਹੜੇ ਟ੍ਰੈਡੀਸ਼ਨਲ ਨੌਲੇਜ ਨਾਲ ਜੁੜੇ ਹੋਏ ਆ, ਜੰਗਲਾਂ 'ਚ ਰਹਿੰਦੇ ਆ, ਤੇ ਉਹਨਾਂ ਦੀ ਕਿੱਦਾਂ ਪ੍ਰੋਟੈਕਸ਼ਨ ਕਰ ਸਕਦੇ, ਉਹਨਾਂ ਦੇ ਰਾਈਟਸ ਦਾ ਕਿੱਦਾਂ ਧਿਆਨ ਰੱਖਿਆ ਜਾ ਸਕਦਾ, ਠੀਕ ਹੈ। ਓਕੇ, नेक्स्ट है ग्लोबल हंगर इंडेक्स, ग्लोबल हंगर इंडेक्स रिपोर्ट है, तो ये बारे पूछा गया है, इन्होंने रिलेटेड क्वेश्चन उन्होंने पूछे है ग्लोबल हंगर इंडेक्स ਨਾਲ रिलेटेड कि ग्लोबल हंगर इंडेक्स जी पहला क्वेश्चन है पब्लिश कर दी है वर्ल्ड हेल्थ ऑर्गेनाइजेशन, नहीं ये स्टेटमेंट गलत है, ये रिपोर्ट पब्लिश की जाती है कंसर्न वर्ल्ड वाइड एंड वेल हैंड लिख दिनी है, कंसर्न वर्ल्ड वाइड, ठीक है, एक इंडिपेंडेंट इंस्टीट्यूशन है, वेल्थन गर हाइफ, ठीक है, ये द्वारा पब्लिश की जाती है, ये वर्ल्ड ट्रेड ऑर्गेनाइजेशन द्वारा पब्लिश नहीं की जाती, ठीक है। और दूसरा इन्होंने कहा कि ਇਹਦਾ वन ऑफ द इंडिकेटर है अंडर नरिशमेंट, ठीक है, अंडर नरिशमेंट की ਹੁੰਦਾ, अंडर नरिशमेंट ਹੁੰਦਾ ਜਦੋਂ ਕਿਸੇ ਨੂੰ ਜਿੱਦਾਂ ਬੱਚੇ ਆ, ਠੀਕ ਹੈ, ਉਹਨਾਂ ਨੂੰ ਮਤਲਬ ਇਨਸਫੀਸ਼ੀਐਂਟ ਕੈਲਰੀ ਮਿਲਦੀ, ਜਿੰਨਾ ਉਹਨਾਂ ਨੂੰ ਡਾਈਟ ਮਿਲਣੀ ਚਾਹੀਦੀ, ਖਾਣਾ ਮਿਲਣਾ ਚਾਹੀਦਾ, ਉਹ ਨਹੀਂ ਮਿਲਦਾ, ਠੀਕ ਹੈ। ਤੇ ਇਹ ਤੇ ਇਹਨਾਂ ਨੇ ਪੁੱਛਿਆ, ਹੋ ਸਕਦਾ ਤੁਹਾਨੂੰ ਇਸ ਤੋਂ ਇਲਾਵਾ ਇਹਦੇ ਦੂਸਰੇ ਇੰਡੀਕੇਟਰ ਪੁੱਛ ਲੈਣ, ਉਹ ਵੀ ਪਤਾ ਹੋਣੇ ਚਾਹੀਦੇ ਕਿ ਜਦੋਂ ਗਲੋਬਲ ਹੰਗਰ ਇੰਡੈਕਸ ਰਿਪੋਰਟ ਜਾਰੀ ਹੁੰਦੀ ਹੈ ਉਹਦੇ ਵਿੱਚ ਕਿਹੜੀ ਚੀਜ਼ਾਂ ਉਹ ਧਿਆਨ ਰੱਖਦੇ ਆ, ਠੀਕ ਹੈ। ਚਾਈਲਡ, ਪਹਿਲਾ ਚਾਈਲਡ ਵੇਸਟਿੰਗ, ਠੀਕ ਹੈ, ਹੋ ਇਹਨਾਂ ਤੇ ਵੀ ਤੁਹਾਨੂੰ ਕੁਐਸਚਨ ਆ ਸਕਦਾ ਕਿ ਚਾਈਲਡ ਵੇਸਟਿੰਗ ਕੀ ਹੁੰਦਾ, ਚਾਈਲਡ ਵੇਸਟਿੰਗ ਹੈ, ठीक है। दूसरा है चाइल्ड स्टंटिंग, और थर्ड है चाइल्ड मोर्टेलिटी, और फोर्थ है अंडर न्यूट्रिशन, ठीक है। ये चार इंडिकेटर है जिन्होंने देख के वो तय करते हैं कि किसी देश में जी भुखमरी हंगर किन्नी है, ठीक है। अगर तुहानू क्वेश्चन चाइल्ड वेस्टिंग का मतलब होंदा है कि 5 साल तो घट बच्चे जिन्हां दी मतलब कि हाइट के अकॉर्डिंग, ठीक है, उन्हां दे कद के अकॉर्डिंग उन्हां दा भार घट है, हाइट के अकॉर्डिंग वेट घट होना, ठीक है, कि उन्हां दे कद के अकॉर्डिंग उन्हां दा भार घट है। 5 साल तो जो छोटे बच्चे है कि मतलब उन्हां दी हाइट तो लंबी है पर है सुक्के जे है कि मतलब कुछ है ही नहीं, उन्हां विच जान ही नहीं, उन्होंने कहते चाइल्ड वेस्टिंग। और चाइल्ड स्टनिंग कहते हैं, चाइल्ड स्टनिंग कहते हैं कि एज के अकॉर्डिंग मतलब वधना ना,
ठीक है, मतलब कि अगर ਉਹਦੀ ਏਜ ਦੇਖੀ ਜਾਵੇ ਪਰ ਉਹਦੀ ਹਾਈਟ ਬਹੁਤ ਘੱਟ ਹੈ, ਉਹਨੂੰ ਕਹਿੰਦੇ ਚਾਈਲਡ ਸਟਨਿੰਗ, ਮਤਲਬ ਛੋਟਾ ਰਹਿ ਗਿਆ ਜਿਹਨੂੰ ਕਹਿੰਦੇ, ਉਹਨੂੰ ਕਹਿੰਦੇ ਚਾਈਲਡ ਸਟਨਿੰਗ। ਤੀਜਾ ਚਾਈਲਡ ਮੋਰਟੈਲਿਟੀ, ਉਹ ਚਾਈਲਡ ਮੋਰਟੈਲਿਟੀ ਕਿ 5 ਸਾਲ ਤੋਂ ਪਹਿਲਾਂ ਜਿਹੜੇ 5 ਸਾਲ ਬੱਚੇ 5 ਸਾਲ ਪੂਰਾ ਨਹੀਂ ਕਰ ਪਾਉਂਦੇ, ਠੀਕ ਹੈ, ਉਹਨਾਂ ਨੂੰ ਕਹਿੰਦੇ। ਅੰਡਰ ਨਿਊਟ੍ਰੀਸ਼ਨ ਮਤਲਬ ਉਹਨਾਂ ਨੂੰ ਇਨਸਫੀਸ਼ੀਐਂਟ ਕੈਲਰੀਜ਼ ਮਿਲਦੀ ਹੈ, ਮਤਲਬ ਸਹੀ ਡਾਈਟ ਨਹੀਂ ਮਿਲਦੀ। ਓਕੇ, ਤੇ ਇਹਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈ? ਇੰਡੀਆ ਦਾ ਰੈਂਕ, ਇਹ ਰਿਪੋਰਟ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਦਾ ਜਿਹੜਾ ਰੈਂਕ ਸੀ 2020 ਵਿੱਚ ਇੰਡੀਆ 94th ਰੈਂਕ ਸੀ, ਬਟ 2021 ਵਿੱਚ ਇੰਡੀਆ ਦਾ ਰੈਂਕ ਹੋ ਗਿਆ ਵਾ 101, मतलब इंडिया होर ज्यादा इंडिया विच हंगर वध गई है, ठीक है, मतलब इंप्रूव नहीं किया, होर ज्यादा इंडिया दा वध गया वा, क्योंकि अगर 0 है, 0 मतलब बेस्ट है, अगर 100 है तो मतलब घटिया, मतलब इंडिया 94 नंबर ते सी, हुण 101 नंबर ते आ गया, मतलब इंडिया च ये रिपोर्ट जिहड़ी रिपोर्ट दे अकॉर्डिंग इंडिया च हंगर इंडेक्स जिहड़ी आ वो वध गई है, इंडिया च भुखमरी जिहड़ी आ वो वध गई है। ईवन इस नालों वधिया पाकिस्तान है, पाकिस्तान विच 92 है, पाकिस्तान ने 92 रैंक लिया, पाकिस्तान ने 92 रैंक लिया हुआ है, नेपाल ने 76 लिया, नेपाल ते बांग्लादेश ने 76 लिया हुआ है, ठीक है, श्रीलंका का 65 है, श्रीलंका की कंडीशन इस टाइम पे बहुत माड़ी चल रही है, ठीक है। तो मतलब इंडिया दी जेड़ा इंडिया पाकिस्तान बांग्लादेश है उन्हां दा भी रैंक हाले वधिया है इंडिया दे कंपैरिजन, मतलब इंडिया च भुखमरी दी हालत ज्यादा खराब है। नेक्स्ट है सर्विस ट्रेड बैरोमीटर, सर्विस ट्रेड बैरोमीटर है, ठीक है, ये मतलब जे देखदा सर्विस नाल रिलेटेड है कि मतलब कि सर्विस किद्दां दी है किसी भी कंट्री विच, ओहदी रीडिंग करदा वा सर्विस ट्रेड बैरोमीटर। ओके, सर्विस ट्रेड बैरोमीटर जारी किया जाता वर्ल्ड इकनॉमिक फोरम द्वारा, ठीक है, सॉरी वर्ल्ड ट्रेड ऑर्गेनाइजेशन द्वारा, वर्ल्ड ट्रेड ऑर्गेनाइजेशन द्वारा जेड़ा वा तैयार किया जाता सर्विस ट्रेड, मतलब सर्विस किद्दां दी ओहदी रीडिंग की जाती है, बाकी इहदे विच कुछ ज़्यादा याद करने वाला नहीं। नेक्स्ट है स्टॉकहोल्म इंटरनेशनल पीस रिसर्च इंस्टीट्यूशन, ठीक है, इस द्वारा ये पॉइंट्स दिते गए हैं तो वो दसने हैं। जिहड़ा स्टॉकहोल्म इंटरनेशनल पीस रिसर्च इंस्टीट्यूशन है, ठीक है, ये मतलब की करदा वा, एक वर्ल्ड थिंक टैंक है, जिवें नीति योग है वो थिंक टैंक है, ये रिसर्च करदा कि इहदे उत्ते जिहड़े आर्म्स रखे मतलब कंट्रियां ने आर्म्स मतलब वैपन्स से कि किहड़े देश दी जेह्ड़ा मिलिटरी है वैपन्स है वो ज्यादा वा, ठीक है, ओहदे उत्ते सर्च करदा वा। ਤੇ ਇਹਦੇ ਅਕੋਰਡਿੰਗ ਕਿਹਾ ਗਿਆ ਵਾ ਕਿ ਜਿਹੜਾ ਯੂਐਸਏ ਹੈ ਉਹ ਸਭ ਤੋਂ ਵੱਧ ਐਕਸਪੋਰਟ ਕਰਦਾ, ਸਭ ਤੋਂ ਵੱਧ ਮਤਲਬ ਕਿ ਵੈਪਨਸ ਵਗੈਰਾ ਹਥਿਆਰ ਵਗੈਰਾ ਵੇਚਦਾ ਵਾ। ਦੂਜੇ ਨੰਬਰ ਤੇ ਰਸ਼ੀਆ ਹੈ, ਫਰਾਂਸ ਹੈ, ਠੀਕ ਹੈ, ਇਹ ਸਟੇਟਮੈਂਟ ਸਹੀ ਹੈ ਕਿ ਸਭ ਤੋਂ ਵੱਧ ਜਿਹੜਾ ਮਤਲਬ ਕਿ ਵਪਾਰ ਕਰਦਾ ਵਾ, ਸਭ ਤੋਂ ਵੱਧ ਐਕਸਪੋਰਟ ਕਰਦਾ, ਸਭ ਤੋਂ ਵੱਧ ਜਿਹੜਾ ਮਤਲਬ ਹਥਿਆਰਾਂ ਨੂੰ ਵੇਚਦਾ ਉਹ ਅਮਰੀਕਾ ਵਾ, ਫਿਰ ਦੂਜੇ ਨੰਬਰ ਤੇ ਰਸ਼ੀਆ, ਫਿਰ ਤੀਸਰੇ ਨੰਬਰ ਤੇ ਫਰਾਂਸ ਹੈ, ठीक है। दूसरी स्टेटमेंट ये कहती है कि भारत जो लार्जेस्ट मतलब इंपोर्टर है, इंडिया सब तो वध मतलब खरीददा वा, ठीक है, उस तो दूजे नंबर से सऊदी अरेबिया। ये स्टेटमेंट गलत है क्योंकि सब तो पहले नंबर ते इंडिया ही है, इंडिया सब तो वध मतलब इंपोर्ट इहदा खरीददा वा, मिलिटरी जिहड़ा वैपन्स वगैरह हथियार खरीददा। दूसरे नंबर ते इजिप्ट है, तीसरे नंबर ते चाइना वा, फोर्थ नंबर ते सऊदी अरेबिया, ठीक है। ਤੇ ਅਗਰ ਅਸੀਂ ਦੇਖਿਆ ਜਾਵੇ ਸਭ ਤੋਂ ਵੱਧ ਐਕਸਪੈਂਡੀਚਰ ਕੌਣ ਕਰਦਾ, ਖਰਚਾ ਸਭ ਤੋਂ ਵੱਧ ਮਿਲਟਰੀ ਤੇ ਵੈਪਨਸ ਖਰੀਦਣ ਤੇ ਜਾਂ ਵੇਚਣ ਤੇ ਸਭ ਤੋਂ ਵੱਧ ਖਰਚਾ ਕੌਣ ਕਰਦਾ ਵਾ, ਯੂਐਸਏ। ਦੂਜੇ ਨੰਬਰ ਤੇ ਚਾਈਨਾ, ਤੀਸਰੇ ਨੰਬਰ ਤੇ ਹੈ ਇੰਡੀਆ। ਇੰਡੀਆ ਨੇ ਅਗਰ ਦੇਖਿਆ ਜਾਵੇ ਤੇ ਇੰਡੀਆ ਨੇ 2012 ਤੋਂ ਕੰਪੇਅਰ ਕਰੀਏ 2021 ਦਾ, ਠੀਕ ਹੈ, ਤੇ ਇੰਡੀਆ ਨੇ 33% ਖਰਚਾ ਵਧਾਇਆ ਹੈ ਮਿਲਟਰੀ ਤੇ ਐਕਸਪੈਂਡੀਚਰ ਤੇ, मतलब लगभग 76.6 बिलियन ਜਿਹੜਾ ਖਰਚਾ ਕੀਤਾ। ओके, समझ आ गया। इस रिपोर्ट च की गया कि सब तो ਵੱਧ जो चीज बेचदा ਉਹ यूएसए और सब तो ਵੱਧ इंडिया खरीददा। ओके, ये स्टेटमेंट सही है। वन नेक्स्ट, विच ऑफ द फॉलोइंग अंडरटेकन लैंडस्लाइड ससेप्टेबिलिटी मैपिंग इन इंडिया, ठीक है, ਇਹਦਾ मतलब है कि जिन्हें लैंडस्लाइड ਹੁੰਦੀ ਤਾਂ ਦੇਖਿਆ ਹੋਣਾ ਜਿਵੇਂ ਪਹਾੜ ਆ ਉਹ ਤੋਂ ਕੋਈ ਕਦੀ ਯਾਰ ਪੱਥਰ ਡਿੱਗ ਜਾਂਦਾ, ਕਈ ਯਾਰ ਪੂਰਾ ਇੰਨਾ ਹਿੱਸਾ ਹੀ ਡਿੱਗ ਜਾਂਦਾ, ਲੈਂਡਸਲਾਈਡ ਸੁਣਿਆ ਹੋਣਾ ਤੁਸੀਂ, ਠੀਕ ਹੈ, ਪੂਰੀ ਇੰਨੀ ਚੀਜ਼ ਡਿੱਗੀ ਤੇ ਲਾਗੇ ਜੋ ਕੋਈ ਘਰ ਵਗੈਰਾ ਸੀ ਉਹ ਸਾਰੇ ਢੱਟ ਗਏ ਜਾਂ ਫਿਰ ਸੜਕ ਟੁੱਟ ਗਈ, ਠੀਕ ਹੈ, ਉਹ ਲੈਂਡਸਲਾਈਡ ਕਰਕੇ ਤੇ ਉਹਨੂੰ ਕਹਿੰਦੇ ਆ। ਤੇ ਸਰਵੇ ਮੈਪਿੰਗ ਕੀਤੀ ਜਾਏਗੀ ਕਿ ਇੰਡੀਆ ਦੇ ਕਿਹੜੀ ਜਗ੍ਹਾ ਤੇ ਮਤਲਬ ਸਭ ਤੋਂ ਵੱਧ ਲੈਂਡਸਲਾਈਡ ਹੁੰਦੇ, ਕਿਹੜੇ ਏਰੀਆ ਵਿੱਚ ਸਭ ਤੋਂ ਵੱਧ ਕੀ ਹੈ ਲੈਂਡਸਲਾਈਡ ਦੇਖੀ ਗਈ ਹੈ। ਓਕੇ, ਤੇ ਮਤਲਬ ਇਹਦੇ ਵਿੱਚ ਇਹੀ ਰਿਪੋਰਟ ਤਿਆਰ ਕਰੀ। ਇੰਡੀਆ ਵਿੱਚ 4,20,000 ਏਰੀਆ ਇਦਾਂ ਦਾ ਜਿੱਥੇ ਸਭ ਤੋਂ ਵੱਧ ਲੈਂਡਸਲਾਈਡ ਹੁੰਦੀਆਂ ਨੇ। ਓਕੇ, 4,20,000 ਏਰੀਆ। ਤੇ ਇਹ ਸਰਵੇ ਕਿਹਨੇ ਕੀਤਾ ਵਾ, ਮਤਲਬ ਜਿਓਲੋਜੀਕਲ ਸਰਵੇ ਆਫ ਇੰਡੀਆ। ਜਿਓਲੋਜੀਕਲ ਸਰਵੇ ਕਿਸ ਮਿਨਿਸਟਰੀ ਦੇ ਅੰਡਰ ਹੈ, ਮਿਨਿਸਟਰੀ ਆਫ ਅਰਥ ਦੇ ਅੰਡਰ ਹੈ, ਨਹੀਂ, ਇਹ ਮਿਨਿਸਟਰੀ ਆਫ ਮਾਈਨਸ ਦੇ ਅੰਡਰ ਹੈ, ਮਿਨਿਸਟਰੀ ਆਫ ਮਾਈਨਸ ਦੇ ਅੰਡਰ। ਇਹਦਾ ਹੈਡਕੁਆਟਰ ਕੋਲਕਾਤਾ ਵਿੱਚ ਹੈ,
ਠੀਕ ਹੈ। ਇਹ ਬਣਾਈ ਗਈ ਸੀ ਕੋਲ ਲੱਭਣ ਦੇ ਲਈ। ਪਹਿਲਾਂ ਇਹਦਾ ਮੇਨ ਪਰਪਸ ਸੀ ਕੋਲਾ ਲੱਭਣਾ ਇੰਡੀਆ ਵਿੱਚ। ਹੁਣ ਇਹ ਮਤਲਬ ਕਿ ਬਾਕੀ ਵੀ ਕੰਮ ਕਰਦੇ ਕਿ ਮੈਪਿੰਗ ਵਗੈਰਾ ਕਰਨ ਦਾ ਵੀ ਕੰਮ ਕਰਦੀ ਹੈ। ਠੀਕ ਹੈ। ਤੇ ਇਹਦੇ ਵਿੱਚ ਕੀ ਹੈ, ਇਹ ਰਿਪੋਰਟ ਜਾਰੀ ਕੀਤੀ ਕਿਹਦੇ ਦੁਆਰਾ, ਜਿਓਲੋਜੀਕਲ ਸਰਵੇ ਆਫ ਇੰਡੀਆ ਦੁਆਰਾ। नेक्स्ट क्वेश्चन है सिस्टम ऑफ एयर क्वालिटी एंड वैदर फोरकास्टिंग रिसर्च सफर। ठीक है। सफर ਜਿਹੜਾ ਵਾ ਇਹ ਦਿੱਲੀ ਵਿੱਚ ਵੀ ਇੰਸਟਾਲ ਕੀਤਾ ਗਿਆ। ਇਹ ਚੈੱਕ ਕੀਤਾ ਜਾਂਦਾ ਇਹਦੇ ਨਾਲ ਕਿ ਕਿੰਨਾ ਪੋਲਿਊਸ਼ਨ ਹੈ, ਕਿੰਨੇ ਪੋਲਿਊਟੈਂਟ ਹੈ ਜਿਹੜੇ ਹਵਾ ਵਿੱਚ ਇਸ ਟਾਈਮ, ਜਿਹਦੇ ਕਰਕੇ ਮਤਲਬ ਕਿ ਹਵਾ ਦੀ ਜਿਹੜੀ ਕੁਆਲਿਟੀ ਉਹ ਖਰਾਬ ਹੋ ਜਾਂਦੀ। ਤੇ ਇਹ ਪਹਿਲੀ ਸਟੇਟਮੈਂਟ ਇਹ ਕਹਿੰਦੀ ਹੈ ਪੋਲਿਊਟੈਂਟਸ ਮੋਨੀਟਰ ਅੰਡਰ ਸਫਰ ਐਂਡ एयर क्वालिटी इंडेक्स आर सेम। ठीक है। पहला सफर की फुल फॉर्म की है सिस्टम ऑफ एयर क्वालिटी एंड वैदर फोरकास्टिंग रिसर्च। ਤੇ ਇਹਨਾਂ ਨੇ ਪੁੱਛਿਆ ਕਿ ਦੋਨਾਂ ਵਿੱਚ ਸੇਮ ਹੀ ਪੋਲਿਊਟੈਂਟ ਹੈ। ਠੀਕ ਹੈ, ਗਲਤ ਹੈ, ਦੋਵਾਂ ਵਿੱਚ ਸੇਮ ਨਹੀਂ ਹੈਗੇ। ਠੀਕ ਹੈ, ਸਫਰ ਵਿੱਚ ਅਲੱਗ ਨੇ, 에ਅਰ ਕੁਆਲਿਟੀ ਇੰਡੈਕਸ ਵਿੱਚ ਅਲੱਗ ਨੇ। ਓਕੇ, ਸਫਰ ਵਿੱਚ ਕੀ ਹੈ, ਅਗਰ ਤੁਸੀਂ ਸਫਰ ਦਾ ਦੇਖੋ ਤੇ ਸਫਰ ਵਿੱਚ ਨਾਈਟ੍ਰੋਜਨ ਆਕਸਾਈਡ ਹੈ। ਠੀਕ ਹੈ, ਇਹ ਵੀ ਤੁਹਾਨੂੰ ਯਾਦ ਹੋਣੇ ਸਫਰ ਦੇ ਵਿੱਚ ਕਿਹੜੇ ਕਿਹੜੇ ਹੈ। ਠੀਕ ਹੈ, ਸਫਰ ਦੇ ਵਿੱਚ ਹੈ PM10 PM2.5। ठीक है, ये दोवां सेम है। ये बहुत ही नैनो डस्ट पार्टिकल ने। ठीक है, बहुत छोटे कण ने, ये मतलब इन्हों फिल्टर भी नहीं होंगे है, बहुत छोटे, इन्हों करके बहुत ज्यादा पोल्यूशन बढ़ जाता वा। ठीक है, लोग जिदा बिल्डिंग कंस्ट्रक्शन करते रहते, दिल्ली में चलता रहता काम, वो करके बहुत ज्यादा बढ़ गया है। बाकी ट्रैफिक पोल्यूशन भी बहुत ज्यादा, कार्बन मोनोऑक्साइड, नाइट्रोजन ऑक्साइड, ठीक है, सल्फर डाइऑक्साइड, बेंजीन, मरकरी, टॉलरेंस, एक्जीन। ठीक है, ये सारे ओजोन, ये सारे होंगे सफर दे विच। ठीक है, सफर दे विच आंदे, मतलब सफर जिहड़ा सिस्टम ऑफ एयर क्वालिटी एंड वैदर फोरकास्टिंग। ते जिहड़ी एयर क्वालिटी इंडेक्स है, एयर क्वालिटी इंडेक्स PM10 होंदा, PM2.5 होंदा, कार्बन मोनोऑक्साइड आंदा। ठीक है, नाइट्रोजन ऑक्साइड होंदा, सल्फर ऑक्साइड, बट आ नहीं आंदे, बेंजीन, टॉलर ऑक्साइड ये नहीं आंदे। ओदी जगह ते ये लेड ते अमोनिया। ठीक है, अमोनिया ये दो आंदे है अगर असी एयर क्वालिटी इंडेक्स देखिए। ठीक है, तो इस करके इन्हों के पोल्यूटेंट दोवां दे सेम नहीं है। समझ आएगा, मैं सफर में बोल के दस दी। सफर में आते PM10 PM2.5 कार्बन मोनोऑक्साइड, नाइट्रोजन ऑक्साइड, सल्फर डाइऑक्साइड, बेंजीन, मरकरी, टोलिन्स, जाइलिन, बेंजीन एंड मरकरी, ये सफर च आते। एयर क्वालिटी इंडेक्स में आते PM10 PM2.5 कार्बन मोनोऑक्साइड, नाइट्रोजन ऑक्साइड, सल्फर डाइऑक्साइड, लिड ते अमोनीया। ठीक है, दूसरा क्वेश्चन है कि सफर सिस्टम किन्ने डेवलप किया। सफर सिस्टम डेवलप किया है इंडियन इंस्टीट्यूशन ऑफ ट्रॉपिकल मेट्रोलॉजी। ठीक है, विद द हेल्प ऑफ अर्थ साइंस सिस्टम, अर्थ सिस्टम साइंस ये सिस्टम सही है। ठीक है, इनू जो बनाया गया वा वो इंडियन इंस्टीट्यूशन ऑफ ट्रॉपिकल मेट्रोलॉजी। ये क्वेश्चन आ सकता है कि इनू किन्ने बनाया गया। ठीक है, दिल्ली में जो इंडियन इंस्टीट्यूशन ऑफ ट्रॉपिकल मेट्रोलॉजी है वो द्वारा इनू तैयार किया गया। ठीक है, सॉरी ये शायद पुणे में है। हाँ, इंडियन इंस्टीट्यूशन ऑफ ट्रॉपिकल मेट्रोलॉजी ये पुणे में है, बट इन्हें ऑपरेट कौन करता, चलाउण कौन दिया, बनाया गया वह इंडियन मेट्रोलॉजी द्वारा। ठीक है, इंडियन मेट्रोलॉजी द्वारा बनाया गया, जी कि पुणे में है। इन्हें ऑपरेट करता IMD, इंडियन मेट्रोलॉजिकल डिपार्टमेंट, जो कि दिल्ली में है, ये इनू चलाता। ओके, सैकेंड स्टेटमेंट सही है, फर्स्ट गलत है। सिंपल तू याद करना, सफर एक मतलब एयर क्वालिटी पोल्यूशन चेक करने लिए है, जिन्होंने डेवलप किया इंडियन ट्रॉपिकल द्वारा, इंडियन इंस्टीट्यूशन ऑफ ट्रॉपिकल मेट्रोलॉजी पुणे में है, पर चलाउण कौन दिया इनू, इंडियन मेट्रोलॉजिकल डिपार्टमेंट दिल्ली में चलन दिया। ये पोल्यूटेंट्स ने कि मतलब किहड़े पोल्यूटेंट नू खत्म करता वा। ठीक है, मतलब कि जानकारी दिंदा, और ये 24 घंटे की जानकारी दिंदा पूरे दिन च कि अज किन्ना मतलब हवा में प्रदूषण रहा। ठीक है, किहड़े प्रदूषण जिहड़े ज़्यादा सी, कार्बन मोनोऑक्साइड ज़्यादा ही, नाइट्रोजन ऑक्साइड, ये नॉलेज दिंदा। दूजा 72 घंटे एडवांस इनफॉर्मेशन भी दिंदा 72 आवर्स की। अगले जिहड़े 72 आवर्स है उन्हां दी इनफॉर्मेशन भी दिंदा है। ओके, ठीक है, असीं नैक्सट असीं करांगे अगले क्लास में करांगे, फिर साडी रिपोर्ट्स पूरियां हो जाणगियां, कंप्लीट हो जाणगियां, फिर असीं बाकी दा करंट अफेयर करांगे। ठीक है, अपना वधिया रिवीजन करो, तैयारी करो। थैंक यू सो मच।